ਸ਼ਲੋਕ ਪੂਰਾ ਪ੍ਰਭ ਆਰਾਧਿਆ। ਪੂਰਾ ਜਾਗਾ ਨਾਮ ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ। अष्टपदी पूरे गुर का सुनी उपदेश। पार ब्रह्म निकट कर पेख। सास सास सिमरो गोविंद। मन यंत्र की उतरै चिंद। आसिया नित त्यागा तरंग। संत जना की तूर मन मंग। आप छोड़ बेनती करहा। साध संग अगन सागर तरहा। हर तन के परले हो भंडार। नानक गुर पूरे नमस्कार। फिरत फिरत प्रभ आया। परया तो शरनाए। नानकी प्रभ बेनती अपनी भगति लाए। जहरा जहूर हाजरा हजूर सर्व कला भरपूर समर्थ गुरु। लोक परलोक दे रख्यक भगत वशल। बाणी के बहुत ज्ञान दे सागर कलयुग दे अवतार प्रतख। सतगुरु श्री गुरु ग्रंथ साहिब शब्द गुरु। गुरु महाराज जी की पावन पवित्र गोद विच सत्संगत वडभागी जन बन असी सब बैठे हाँ। धनता दे योग हाँ। महाराज जी ने साडे ते दया की है। सानू जीवन सवास तंदरुस्तियाँ उद्यम इशनान बहुत वड्डियां ये दातां हैं। तंदरुस्ती दात है। उद्यम भी एक दात है। उद्यम करेंदियां जियो तू कमावदियां सुख पुंच। जिहड़ा उद्यम कर लैंदा उसनूं कमाई मिलदी है। सो इशनान उद्यम तंदरुस्ती निरोगी काया भी एक दात है। अमृत वेला भी एक दात है। गुरु दे कोल आउणा भी एक बख्शिश रूपी दात है। बैठ के मन नूं एकाग्र करके सुनना भी एक दात है। ये सारियां दातां सानूं मिलियां होईयां। असीं गुरु दी गोद विच बैठे हाँ। ये साडे ते लागू हो रहीआं। ये सारी बख्शिश इन्नियां बख्शियां नूं मिलाया ते तां गुरु दी गोद विच बैठे हाँ। असीं कह नहीं सकदे साडे ते बख्शिश नहीं, साडे ते बख्शिश है। तां ही इन्ने सड़ भुज रहे संसार दे विचों महाराज जी ने सानू कढ़ के अपने कोल लै आंदा। वड्डी गल है। सो गुरु मेहर करन। आओ लड़ीवार शब्द दी विचार जो असी सो तकरीबन 2-3 महीनों तो ब्रेक सी। गुरु नानक देव जी का गुरपुरब, गुरु गोबिंद सिंह का गुरपुरब, माघी का महीना। सो इस तरह 2-3 महीने जिहड़े हैं वो भी हरी जस करदियां बीते हैं। सो गुरु ने फिर मौका दिता। लड़ीवार शब्द की विचार अज आखिरी अष्टपदी की आरंभता है। पहली पौड़ी बहुत प्यारा शब्द सतगुरु ने सानू सरवण करवाया। पंक्तियां असी सरवण कीतियां हन। पूरा प्रभ आराध्या पूरा जाका नाओ। नानक पूरा पाया पूरे के गुण गाओ। दुनिया दे विच पूरा होई है। एक तो साडा सतगुर पूरा। मन क्यों बैराग करेगा सतगुर मेरा पूरा।
ਜਾਂ ਹੋਰ ਪੰਕਤੀ ਪੜ੍ਹਦੇ ਹਾਂ, ਗੁਰਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ, ਨਾਨਕ ਨਾਮਿਆ ਰਦ ਨਾ ਕਾਰਜ ਆਵੇ ਰਾਸ। ਸਤਿਗੁਰ ਪੂਰਾ ਹੈ, ਰੱਬ ਪੂਰਾ ਹੈ, ਤੇ ਜਿਹੜੇ ਰੱਬ ਨੂੰ ਜਪਣ ਵਾਲੇ ਹਨ ਗੁਰਮੁਖ, ਉਹ ਵੀ ਪੂਰੇ ਹੁੰਦੇ ਹਨ। ਰੱਬ ਦਾ ਨਾਮ, ਰੱਬ ਦੇ ਪਿਆਰੇ ਔਰ ਸਤਿਗੁਰ, ਇਹ ਪੂਰਨ ਹਨ। ਸੋ ਜੋ ਐਸੇ ਹਨ ਉਹ ਆਪ ਮੁਕਤ ਹੁੰਦੇ ਹਨ ਤੇ ਦੂਸਰੇ ਨੂੰ ਮੁਕਤ ਕਰ ਦਿੰਦੇ ਹਨ, ਭਾਵੇਂ ਉਹ ਕਿਸੇ ਵੀ ਰੂਪ ਵਿੱਚ ਹੋਣ, ਕਿਸੇ ਵੀ ਯੁੱਗ ਵਿੱਚ ਹੋਣ, ਚਾਹੇ ਦੁਆਪਰ, ਤ੍ਰੇਤਾ, ਸਤਯੁਗ, ਕਲਯੁਗ ਵਿੱਚ ਹੋਣ। ਉਹ ਆਪ ਵੀ ਪੂਰੇ ਹੁੰਦੇ ਹਨ, ਦੂਸਰੇ ਨੂੰ ਵੀ ਪੂਰੇ ਕਰ ਦਿੰਦੇ ਹਨ। ਆਪ ਵੀ ਮੁਕਤ ਹੁੰਦੇ ਹਨ, ਦੂਸਰੇ ਨੂੰ ਵੀ ਮੁਕਤ ਕਰ ਦਿੰਦੇ ਹਨ। ਸੰਸਾਰ ਦੇ ਵਿੱਚ ਜਿਹੜਾ ਇਨਸਾਨ ਅਧੂਰਾ ਹੁੰਦਾ ਹੈ, ਸੰਸਾਰ ਦੇ ਵਿੱਚ ਜਦੋਂ ਇਨਸਾਨ ਜਨਮ ਲੈਂਦਾ ਹੈ, ਉਹਦੇ ਵਿੱਚ ਅਧੂਰਾਪਨ ਆ ਜਾਂਦਾ ਹੈ। ਉਸ ਅਧੂਰੇਪਨ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਬਚਪਨ ਤੋਂ ਹੀ ਸੰਸਕਾਰ ਦਿੱਤੇ ਜਾਂਦੇ ਹਨ। ਚੰਗੇ ਸਮਾਜ ਦਾ ਵਾਸੀ ਬਣਾਇਆ ਜਾਂਦਾ ਹੈ। ਬੇਗਮਪੁਰਾ ਸ਼ਹਿਰ ਦੇ ਬਾਰੇ ਦੱਸਿਆ ਜਾਂਦਾ ਹੈ, ਸਤ ਸੰਗਤ ਬਾਰੇ ਦੱਸਿਆ ਜਾਂਦਾ ਹੈ, ਨੇਕ ਇਨਸਾਨਾਂ ਦੀ ਸੰਗਤ ਬਾਰੇ ਦੱਸਿਆ ਜਾਂਦਾ ਹੈ। ਮਤਲਬ ਪੂਰਾ ਹੋਣ ਦੀ ਤਿਆਰੀ ਕੀਤੀ ਜਾਂਦੀ ਹੈ। ਸੰਸਾਰ ਦੇ ਵਿੱਚ ਬੰਦਾ ਕਰਮਾਂ ਕਰਕੇ ਪੂਰਾ ਹੋ ਜਾਂਦਾ ਤੇ ਮਾੜੇ ਕਰਮਾਂ ਕਰਕੇ ਅਧੂਰਾ ਰਹਿੰਦਾ ਹੈ। ਚੰਗੇ ਕਰਮਾਂ ਕਰਕੇ ਬੰਦਾ ਪੂਰਾ ਹੁੰਦਾ ਹੈ, ਮਾੜੇ ਕਰਮਾਂ ਕਰਕੇ ਇਨਸਾਨ ਅਧੂਰਾ ਰਹਿੰਦਾ ਹੈ। ਸੋ ਪੂਰੇ ਦੇ ਵਿੱਚ ਮਿਲਣ ਦੇ ਲਈ ਕੱਲ੍ਹ ਵੀ ਸਰਵਣ ਕੀਤਾ ਸੀ, ਉਸ ਵਰਗਾ ਬਣਨਾ ਪੈਂਦਾ। ਪੂਰੇ ਦੇ ਵਿੱਚ ਮਿਲਣ ਦੇ ਲਈ ਖੁਦ ਨੂੰ ਪੂਰਾ ਬਣਾਉਣਾ ਪੈਂਦਾ। ਮਰਨ ਤੋਂ ਬਾਅਦ ਲੋਕੀ ਕਹਿ ਦਿੰਦੇ ਨੇ ਬੰਦਾ ਪੂਰਾ ਹੋ ਗਿਆ। ਨਹੀਂ, ਮਹਾਰਾਜ ਜੀ ਕਹਿੰਦੇ ਮਰਨ ਤੋਂ ਬਾਅਦ ਤੇ ਇੱਕ ਭੁਲੇਖਾ ਜਿਹਾ ਪਿਆ ਹੋਇਆ, ਕਨਫਿਊਜ਼ਨ ਹੈ। ਕੀ ਪਤਾ ਕੋਈ ਜਿਹੜਾ ਥੋੜ੍ਹਾ ਜਪਣ ਵਾਲਾ ਪੂਰਾ ਹੋ ਜਾਏ, ਜ਼ਿਆਦਾ ਜਪਣ ਵਾਲਾ ਅਧੂਰਾ ਰਹਿ ਜਾਏ। ਇਹ ਆ ਕੇ ਕਿਸੇ ਨੇ ਦੱਸਿਆ ਨਹੀਂ ਵੀ ਮੈਂ ਪੂਰਾ ਹੋ ਗਿਆ ਸੀ ਜਾਂ ਉੱਥੇ ਪੂਰਾ ਹੋ ਨਿਬੜਿਆ। ਮਹਾਰਾਜ ਜੀ ਕਹਿੰਦੇ ਜੀਵਨ ਦੀ ਯਾਤਰਾ ਦੇ ਦੌਰਾਨ ਨਿਸ਼ਾਨੀਆਂ ਹੁੰਦੀਆਂ ਨੇ ਪੂਰੇ ਦੀਆਂ। ਜੀਵਨ ਦੀ ਯਾਤਰਾ ਦੇ ਦੌਰਾਨ ਪੂਰੇ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਜੇ ਇਹ ਨਿਸ਼ਾਨੀਆਂ ਤੇਰੇ ਵਿੱਚ ਹੋਣ ਤੇ ਤੂੰ ਜਿਉਂਦੇ ਜੀ ਹੀ ਪੂਰਾ ਬਣ ਸਕਦਾ ਤੇ ਦਿਸ ਵੀ ਸਕਦਾ। ਨਾਨਕ ਜੀਵਤਿਆਂ ਮਰ ਰਹੀ ਹੈ, ਐਸਾ ਜੋਗ ਕਮਾਈ ਹੈ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਹ ਪਾਈ ਹੈ। ਇਹ ਬਾਬੇ ਨਾਨਕ ਤੋਂ ਸਾਨੂੰ ਨਾ ਜੁਗਤੀ ਮਿਲਣੀ ਹੈ ਪੂਰੇ ਹੋਣ ਦੀ। ਤੇ ਉਹ ਜਿਹੜੀ ਪੂਰੇ ਹੋਣ ਦੀ ਜੁਗਤੀ ਹੈ, ਗੁਰਮਤਿ ਰਾਹੀਂ, ਸ਼ਬਦ ਦੀ ਵਿਚਾਰ ਰਾਹੀਂ ਸਾਡੇ ਪੱਲੇ ਜਾਂ ਸਾਡੇ ਜ਼ਿਹਨ ਦੇ ਵਿੱਚ ਜਿਹੜੀ ਹੈ ਉਹ ਘਰ ਕਰੇਗੀ। ਤੇ ਪੂਰੇ ਹੋਣ ਵੱਲ ਅਸੀਂ ਤੁਰ ਪਵਾਂਗੇ। ਸਾਨੂੰ ਲੋੜ ਨਹੀਂ ਵੀ ਅਸੀਂ ਪੂਰੇ ਹੋ ਜਾਈਏ, ਆਪਣੇ ਆਪ ਆਟੋਮੈਟਿਕਲੀ ਇਨਸਾਨ ਪੂਰਨ ਵੱਲ ਵਧੇਗਾ। ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਸੀ, ਬੀਜ ਨੂੰ ਬੀਜ ਦਿੱਤਾ ਜਾਏ, ਵਧੀਆ ਢੰਗ ਦੇ ਨਾਲ ਦੇਖਭਾਲ ਕੀਤੀ ਜਾਵੇ, ਉਹ ਪੌਦਾ ਬਣ ਜਾਂਦਾ। ਇੱਕ ਦਿਨ ਵੱਡਾ ਹੋ ਕੇ ਉਹ ਬਹੁਤ ਵੱਡਾ ਰੁੱਖ ਬਣ ਜਾਂਦਾ, ਸ਼ਾਨਦਾਰ ਬਣ ਜਾਂਦਾ, ਫਲ ਵਾਲਾ ਬੂਟਾ, ਦਰਖਤ, ਰੁੱਖ, ਪੇੜ ਬਣ ਜਾਂਦਾ। ਉਸ ਨੂੰ ਪੂਰਾ ਹੋਣ ਦੇ ਲਈ, ਮਿੱਠਾ ਫਲ ਦੇਣ ਦੇ ਲਈ ਉਹਨੂੰ ਕਈ ਪੜਾਅ ਦੇ ਵਿੱਚੋਂ ਗੁਜ਼ਰਨਾ ਪਿਆ। ਇੱਕ ਪੌਦੇ ਨੂੰ ਬ੍ਰਿਸ਼ ਬਣਨ ਤੋਂ ਪਹਿਲਾਂ, ਫਲ ਦੇਣ ਤੋਂ ਪਹਿਲਾਂ ਉਸ ਨੂੰ ਕਈ ਪੜਾਵਾਂ ਦੇ ਵਿੱਚੋਂ ਗੁਜ਼ਰਨਾ ਪਿਆ। ਕਈ ਵਾਰੀ ਬੂਟੇ ਛੋਟੇ ਛੋਟੇ ਹੁੰਦੇ ਨੇ, ਲੋਕੀ ਮਿੱਧ ਦਿੰਦੇ ਨੇ, ਉਹ ਬੂਟੇ ਪ੍ਰਫੁੱਲਤ ਨਹੀਂ ਹੁੰਦੇ, ਉਹ ਵੱਧਦੇ ਨਹੀਂ। ਕਈ ਬੂਟੇ ਵੱਡੇ ਹੁੰਦੇ ਨੇ ਕਿ ਉਸ ਨੂੰ ਕੱਟ ਦਿੰਦੇ ਨੇ। ਕਈ ਵਾਰ ਮੀਂਹ, ਹਨੇਰੀ, ਝੱਖੜ ਦੇ ਵਿੱਚ ਪੱਟੇ ਵੀ ਜਾਂਦੇ ਨੇ। ਬਿਰਲੇ ਬੂਟੇ ਜਿੰਦ ਹੁੰਦੇ ਨੇ ਜਿਹੜੇ ਪੂਰੇ ਸਿਰੇ ਚੜ੍ਹਦੇ ਨੇ। ਫਿਰ ਉਹ ਜਦੋਂ ਵੱਡੇ ਹੋ ਜਾਂਦੇ ਨੇ, ਫਿਰ ਹਨੇਰੀਆਂ ਆਉਣ, ਫਿਰ ਝੱਖੜ ਝੱਲੇ, ਉਹਨਾਂ ਦਾ ਕੁਛ ਵੀ ਕੋਈ ਵਿਗਾੜ ਨਹੀਂ ਸਕਦਾ। ਉਹ ਰੁੱਤ ਜਦੋਂ ਆਉਂਦੀ ਹੈ ਉਹ ਫਲ ਦੇ ਹੀ ਜਾਂਦੇ ਹਨ, ਉਹ ਪੂਰੇ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੇ ਉਹ ਯਾਤਰਾ ਕੀਤੀ, ਉਹ ਪੜਾਅ ਦੇ ਵਿੱਚੋਂ ਗੁਜ਼ਰੇ। ਸੋ ਇਸੇ ਤਰ੍ਹਾਂ ਜਦੋਂ ਕੋਈ ਇਨਸਾਨ ਗੁਰਮਤਿ ਦੇ ਰਾਹੀਂ, ਝੱਖੜ ਜ਼ਿੰਦਗੀ ਦੇ ਵਿੱਚ ਦੁੱਖਾਂ ਦੇ ਬਹੁਤ ਆਉਂਦੇ ਨੇ, ਕਲੇਸ਼ ਦੇ ਬਹੁਤ ਆਉਂਦੇ ਨੇ, ਲੜਾਈ ਝਗੜਿਆਂ ਦੇ ਬੜੇ ਆਉਂਦੇ ਨੇ, ਪਰੇਸ਼ਾਨੀਆਂ ਦੇ ਬੜੇ ਆਉਂਦੇ ਨੇ,
पर यह मनुखी रूपी एक पौधा जिहड़ा अपने आप नूं जे बचा के रखे, देख के अनडिठ कर दे, जर जाए, तो फिर महाराज जी कहते ये भी पूर्ण वल वधेगा। साडे गुरुआं ने, साडे भगतां ने जरिया अनडिठ कीता देख के, ते ओ दुनिया के इतिहास दे विच सुनहरी अखरां दे विच लिखे गए, उन्हां नूं पूरा आखिया। तां ही हुण पढ़ रहे हैं ना पंजवें पातशाह दा श्लोक, पूरा प्रभ आराध्या पूरा जाका नाउ। सो असीं इस नूं खोल के विचार रहे हैं इस पंक्ति में। सो पूरा जिंदगी दी यात्रा दे दौरान जो बंदा बन जाता है ना, फिर उस नूं अगे दा डर नहीं सताउंदा। मौत तो दुनिया दे विच ओही बंदा डरदा है जिसने जिंदगी दे विच बहुत गलतियां जां गुनाह कीते होण। पुलिस तो ओही डरदा है, ध्यान देना, जिहड़ा चोर होएगा ना, भावें ओ किसी पुलिस वाले नूं उहदे बारे पता ना होवे, जदों वो थाने दे लागे लंघेगा उहदे मन विच आ जाएगा किधरे मेरी चोरी फड़ी ना जाए, मैनू पुलिस फड़ ना लवे, क्योंकि उसनूं पता है। तो जिहड़ा सही बंदा हुंदा है वो थाने दे विच ही घूमी जांदा है। उत्थे कई तरह के कर्मचारी, चाह पियाउण वाले, होर कई तरह के हुंदे ने, उत्थे रहिंदे ने। सफाई कर्मचारी, उत्थे दे चौकीदार थाने दे विच ही रहिंदे ने, पर वो डरदे नहीं, वो नहीं डरदे। इस करके क्योंकि वो जिहड़े ने वो किसी क्राइम तो निर्लेप हुंदे ने। जो गलती करदा है, जो पाप करदा है, जो गलत हो जाता है, उसनूं जिंदगी तो भी इन्नी सोहनी जिंदगी हुंदी है बंदे दी, उसनूं जिंदगी दे कोलों ही डर लगन लग पैंदा। अपना जीवन जिहड़ा है उसनूं बोझ लगन लग पैंदा है, ते कई लोग इस जीवन नूं ही मिटा दिंदे ने, क्योंकि उन्हां नूं पूर्ण समझ नहीं आया, आप अधूरे सन। उन्हां नूं पूर्ण समझ नहीं आया, आप ही अधूरे सन। इस बार करके कई लोग अपने जीवन नूं मिटाउण दे लई स्टैप चुक लैंदे हन। ये अज्ञानता हुंदी है, अधूरापन हुंदा है। कई पढ़े लिखे, बहुत ज़्यादा पढ़े लिखे रिच लोग आत्म हत्या तक कर लेंदे ने, वो अधूरे हुंदे ने। उन्हां दी पढ़ी हुई विद्या भी उन्हां नूं जगा ना सके। जिथे दुनियावी विद्या कंपलसरी है, आत्मक ज्ञान भी उस तो ज़्यादा कंपलसरी है। ध्यान देना, मैं दुनिया दे विच उच्च विद्या वाले पढ़े लिखे अपनियां अखियां दे नाल रोंदे वेखे, पर मैं आत्मक विद्या दे धारनी सूली दे उपर चढ़दे भी हसदे वेखे। ध्यान देना, भाई मती दास वर्गे शीश दे उपर आ रहा है, वो हसदे वेखे, पर दुनिया दे विच वड्डे वड्डे शाहूकार राजे वो रोंदे वेखे गए। क्यों? क्योंकि वो अधूरे सन, अधूरे सन। सो सुखनी साहिब की बाणी का बड़ा प्यारा श्लोक है, पूरा प्रभ आराध्या, बड़ा प्यारा मतलब सानू मिल रहा है गुरु की कृपा दे नाल। सो पूरे होने दे लई पूर्ण की जरूरत है। पूर्ण कौन है? बहुत बार सुन चुके हैं, श्री गुरु ग्रंथ साहब, क्योंकि गुरु ग्रंथ साहब जी निर्लेप ने, निकलंक ने, उन्होंने कोई दोष नहीं। असी शरीर दे विच आए हैं, साडे शरीरक क्रिया करके भी दोष लग सकता है। साडे इस उपरले पार्ट विच एक दिमाग है, ये सोचदा है, इहदे द्वारा भी असी कई बार कलंकित हो सकते हैं, सानू दोष लग सकता है। गुरु जिहड़ा है इस वेले शब्द है, शब्द है, ते शब्द जिहड़ा है वो सारियां चीज़ां तो मुक्त होंदा है। जदों साडे अंदर भी शब्द का वासा हो जाए, जिवें आम करके तुसीं सुनिया भी शरीर तो बंदा उपर उठ जाता है, ये शब्द नूं अपने हिरदे विच वसाउणा, दृढ़ करना जां ग्रहण करन तो बाद ये चीज़ बनती है। फिर शरीरां दी गलबात नहीं रहिंदी। कल भी मैं श्रवण करवाया सी, फिर कोई किसी धर्म जात बरादरी की गल नहीं होंदी, फिर ते आनंद हरे ही हुंदा है। सो गुरु महाराज जी फरमान कर रहे हैं, पूरा प्रभ आराध्या पूरा जाका नाम, नाम भी वह पूरा है। दुनिया दे विच कविता लिखण वाले कवियां दी कविता हो सकता है अधूरी होवे,
क्योंकि उन्हां दी सोच दे विचों उपजी है। बड़ियां प्यारियां कविता हुंदियां ने, सोहणियां हुंदियां ने, समाज दे विच कई चीज़ां नूं उजागर करदियां ने, पर वो बाणी नहीं हुंदी। बाणी धुरकी हुंदी है। जे किसी दी कवि दी कविता है तो उसकी अपनी सोच होंदी है, जिवें दा कवि उसदी कविता, ਜਾਂ ਜਿਵੇਂ ਦਾ ਕੋਈ ਵਿਦਵਾਨ ਫਿਲਾਸਫਰ ਉੱਦਾਂ ਦੀ ਉਸਦੀ ਰਾਈਟਿੰਗ ਜਾਂ ਉਸਦੀ ਲਿਖਤ। ਪਰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਇੱਕ ਸ਼ਬਦ ਹੈ, ਇਸ ਨੂੰ ਦਰਗਾਹੀ ਧੁਰਕੀ ਬਾਣੀ ਆਖਿਆ। ਇਸ ਕਰਕੇ ਇਸ 'ਤੇ ਅਸੀਂ ਪੂਰਨ ਤੌਰ 'ਤੇ ਪੂਰਾ ਜਾਕਾ ਨਾਉ ਪੂਰਨ ਤੌਰ 'ਤੇ ਫੇਤ ਭਰੋਸਾ ਕਰ ਸਕਦੇ ਹਾਂ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਨਾਨਕ ਤੇ ਨਾਨਕ ਦਾ ਨਾਮ ਪੂਰਾ ਹੈ। ਜਿਸ ਨੂੰ ਨਾਨਕ ਨੇ ਜਪਿਆ ਉਹ ਵੀ ਪੂਰਾ ਹੈ। ਇਸ ਕਰਕੇ ਉਸ ਦੇ ਹੀ ਗੁਣ ਗਾਓ, ਪੂਰੇ ਦੇ ਗੁਣ ਗਾਓ। ਅਸ਼ਟਪਦੀ ਮਤਲਬ 8 ਪਦਿਆਂ ਦੇ ਵਿੱਚ ਸ਼ਬਦ, 8 ਪਦੇ, ਜਿਵੇਂ 2 ਪਦੇ ਆਉਂਦੇ ਨੇ, 3 ਪਦੇ ਆਉਂਦੇ ਨੇ, ਇਸੇ ਤਰ੍ਹਾਂ ਅਸ਼ਟਪਦੀਆਂ 8 ਪਦੇ ਜਾਂ ਇੱਕ ਪਾਠ ਪੌੜੀ। जो पहली है, पूरे गुर का सुन उपदेश पार ब्रह्म निकट कर पेख। अपने पूर्ण सतगुर का उपदेश सुन, पूरे का उपदेश सुन, क्योंकि पूरे का किया सब कुछ पूरा, घट वध किछ ना है। पार ब्रह्म निकट कर पेख, अपने सतगुर नूं अपने अंग संग समझ। रात वेले दिन वेले इकल्लियां बैठिया इकट्ठियां बैठिया, किसी भी किसी भी अवस्था दे विच है, वो तैनू हर वेले वेख रहा। उसनूं कहंदे ने हाज़र नाज़र। सो जो अपने सतगुरु नूं निकट वसे नाही प्रभ दूरे, निकट वसे नाही प्रभ दूरे, पार ब्रह्म निकट कर पेख। जिसने पार ब्रह्म नूं निकट करके पेखिया, ਉਹ ਨਾ ਬੇਪਰਵਾਹੀਆਂ ਦਾ ਬਾਦਸ਼ਾਹ ਬਣ ਗਿਆ, ਉਹ ਮਸਤਾਨਾ ਬਣ ਗਿਆ, ਉਹ ਰੰਗ ਵਿੱਚ ਰੰਗੀ ਰੂਹ ਬਣ ਗਈ। ਉਹ ਧੰਨੇ ਭਗਤ ਵਰਗੇ ਕਹਿੰਦੇ ਨੇ, ਆਹ ਦੇਖ ਪੰਡਤਾ ਮੇਰੀਆਂ ਮਈਆਂ ਚਾਰਦਾ, ਮਤਲਬ ਮੇਰੇ ਡੰਗਰ ਮੱਝਾਂ ਚਾਰਦਾ ਪਿਆ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਪਾਰ ਬ੍ਰਹਮ ਨਿਕਟ ਕਰ ਵੇਖ ਧੰਨਿਆ, ਤੇ ਤੂੰ ਮੈਨੂੰ ਨਹੀਂ ਦਿਖਾ ਸਕਦਾ। ਕਹਿੰਦੇ ਮੈਂ ਬਿਲਕੁਲ, ਜਿਵੇਂ ਕੱਲ੍ਹ ਵੀ ਬੇਨਤੀ ਕੀਤੀ, ਜੇ ਰੱਬ ਦਾ ਮੈਨੂੰ ਪਤਾ, ਮੈਨੂੰ ਦਿਖਾਉਣਾ ਵੀ ਆਉਣਾ ਚਾਹੀਦਾ। ਪਰ ਜੇ ਹੁਣ ਕੋਈ ਜਿਸ ਨੂੰ ਦਿਖਾਉਣਾ ਉਹਦੇ ਕੋਲ ਅੱਖੀਆਂ ਨਾ ਹੋਣ, ਦਿਖਾਉਣ ਵਾਲਾ ਦਿਖਾ ਰਿਹਾ ਹੈ, ਹੁਣ ਕਿਸੇ ਕੋਲ ਅੱਖੀਆਂ ਨਾ ਹੋਣ ਤੇ ਉਹ ਕਹੇ ਮੈਨੂੰ ਦਿਸਦਾ ਨਹੀਂ, ਫਿਰ ਉਹਦੀਆਂ ਅੱਖੀਆਂ ਦਾ ਕਸੂਰ ਹੈ, ਨਾ ਕਿ ਦੱਸਣ ਵਾਲੇ ਦਾ। ਦੱਸਣ ਵਾਲਾ ਤੇ ਬਾਖੂਬੀ ਦੱਸ ਰਿਹਾ। ਧੰਨਾ ਭਗਤ ਤੇ ਪੰਡਤ ਨੂੰ ਦੱਸ ਰਿਹਾ, ਉਹ ਦੇਖ ਮੇਰੇ ਨੱਕੇ ਮੋੜਦਾ ਹੈ, ਉਹ ਦੇਖ ਮੇਰੇ ਡੰਗਰ ਚਾਰਦਾ ਹੈ। ਪਰ ਪੰਡਤ ਕਹਿੰਦਾ ਮੈਨੂੰ ਧੰਨਿਆ ਦਿਸਦਾ ਨਹੀਂ, ਮੈਨੂੰ ਦਿਖਾ। ਕਹਿੰਦੇ ਮੈਂ ਤੇ ਤੈਨੂੰ ਦੱਸ ਰਿਹਾ, ਉਹਦੇ ਮੈਨੂੰ ਦਿਸਦਾ, ਮੈਨੂੰ ਦਿਸਦਾ ਪਰ ਉਹਨੂੰ ਨਹੀਂ ਦਿਸਦਾ। ਗਾਵੇ ਕੋ ਜਪੈ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਸੀ ਅੱਖੀਆਂ ਬਿਆਨ ਜਿਨੀ ਦਿਸੰਦੋ ਮਾਂਪਰੀ। ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਭ ਕੁਝ ਹਾਜ਼ਰ ਨਾਜ਼ਰ ਹੁੰਦਾ। 10 ਪਾਤਸ਼ਾਹੀਆਂ ਹਾਜ਼ਰ ਹੁੰਦੀਆਂ ਨੇ, ਸ਼ਹੀਦ ਸਿੰਘ ਭਗਤ ਸਭ ਹਾਜ਼ਰ ਹੁੰਦੇ ਨੇ। ਪਰ ਇਹ ਚੀਜ਼ ਕੌਣ ਮੰਨਦਾ? ਬਿਰਲਾ ਮੰਨਦਾ। ਬਹੁਤ ਬਿਰਲੇ ਮੰਨਦੇ ਨੇ। ਜਿਹੜੇ ਮੰਨ ਲੈਂਦੇ ਨੇ ਉਹ ਪੂਰਨ ਦੇ ਵਿੱਚ ਅਭੇਦ ਹੋਣ ਦੀ ਯੋਗਤਾ ਰੱਖਦੇ ਨੇ। ਸੋ ਪਾਰ ਬ੍ਰਹਮ ਨਿਕਟ ਕਰ ਪੇਖ, ਜਿਵੇਂ ਭਗਤਾਂ ਪਿਆਰਿਆਂ ਨੇ ਉਸ ਪਾਰ ਬ੍ਰਹਮ ਨੂੰ ਨੇੜੇ ਹੋ ਕੇ ਆਪਣੇ ਅੰਗ ਸੰਗ ਹੋ ਕੇ ਦੇਖਿਆ। ਤੂੰ ਵੀ ਦੇਖ ਤੇ ਤੈਨੂੰ ਇਸ ਜਨਮ ਦੇ ਵਿੱਚ ਹੀ ਉਸ ਦੇ ਭੇਦ ਬਾਰੇ ਪਤਾ ਲੱਗ ਜਾਏਗਾ। ਸੋ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਸਾਸ ਸਾਸ ਸਿਮਰੋ ਗੋਬਿੰਦ, ਆਪਣੇ ਹਰ ਇੱਕ ਸਾਹ ਨੂੰ
ਪਾਕ ਬਣਾ, ਪਵਿੱਤਰ ਬਣਾ। ਮਨੁੱਖ ਨੂੰ ਮਹਾਰਾਜ ਜੀ ਕਹਿੰਦੇ ਨੇ ਆਪਣੇ ਹਰ ਇੱਕ ਸਵਾਸ ਜਾਂ ਸਾਹ ਨੂੰ ਪਵਿੱਤਰ ਬਣਾ। ਪਵਿੱਤਰ ਸਾਹ ਜਿਹੜਾ ਹੈ, ਪਵਿੱਤਰ ਸਾਸ ਜਿਹੜਾ ਹੈ, ਉਹ ਗੁਰੂ ਦੇ ਸ਼ਬਦ ਤੋਂ ਬਿਨਾਂ, ਚੰਗੀ ਸੋਚ ਤੋਂ ਬਿਨਾਂ, ਚੰਗੇ ਵਿਚਾਰ ਤੋਂ ਬਿਨਾਂ, ਚੰਗਾ ਦੇਖਣ ਤੋਂ ਬਿਨਾਂ, ਚੰਗਾ ਸੁਣਨ ਤੋਂ ਬਿਨਾਂ ਸਾਹ ਸਾਡਾ ਵੀ ਪਵਿੱਤਰ ਪਾਕ ਨਹੀਂ ਬਣਦਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਚਿੰਦ ਦਾ ਮਤਲਬ ਚਿੰਤਾ। ਸੋ ਪਾਤਸ਼ਾਹ ਜੀ ਕਹਿੰਦੇ ਜੇ ਇਸ ਤਰ੍ਹਾਂ ਤੂੰ ਪ੍ਰਮਾਤਮਾ ਨੂੰ ਯਾਦ ਕਰੇਗਾ, ਪ੍ਰਮਾਤਮਾ ਸਾਹ ਦੇ ਵਿੱਚ, ਰੋਮ ਰੋਮ ਦੇ ਵਿੱਚ ਕਹਿੰਦੇ ਵਸਦਾ। ਇੱਕ ਵਾਰ ਸਿਲੈਕਟ ਕਰਨ ਦੀ ਜ਼ਰੂਰਤ ਹੁੰਦੀ ਹੈ, ਇੱਕ ਵਾਰ ਸੈਟਿੰਗ ਕਰਨ ਦੀ ਜ਼ਰੂਰਤ ਹੁੰਦੀ ਹੈ ਕੰਪਿਊਟਰ ਨੂੰ, ਫਿਰ ਕਾਫੀ ਸਮਾਂ ਚੱਲ ਜਾਂਦਾ। ਸੋ ਜਦੋਂ ਗੁਰੂ ਦੇ ਸ਼ਬਦ ਦੀ ਚਾਬੀ ਰਾਹੀਂ ਗੁਰ ਕੁੰਜੀ ਪਾਓ ਨਿਵਲ, ਇਸ ਸਰੀਰ ਰੂਪੀ ਕੰਪਿਊਟਰ ਨੂੰ ਬਿਲਕੁਲ ਸੈੱਟ ਕਰ ਦਿੱਤਾ, ਤੇ ਫਿਰ ਜਿਹੜਾ ਹਰ ਸਾਹ ਦੇ ਨਾਲ ਮੂੰਹ ਦੇ ਵਿੱਚੋਂ ਬੋਲਣ ਦੀ ਜ਼ਰੂਰਤ ਨਹੀਂ। ਧਿਆਨ ਦੇਣਾ, ਇੱਥੇ ਸਵਾਲ ਪੈਦਾ ਹੁੰਦਾ ਵੀ ਹਰ ਸਾਹ ਦੇ ਨਾਲ ਜੇ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ ਕਵਾਂਗੇ, ਆਪਣੇ ਘਰ ਦੇ ਕੰਮ, ਲੋਕਾਂ ਦੇ ਨਾਲ ਬੈਠਣਾ ਉੱਠਣਾ, ਗੱਲਾਂ ਬਾਤਾਂ ਕਰਨੀਆਂ, ਇਹ ਕਿੱਦਾਂ ਹੋਣਗੀਆਂ? ਤੁਸੀਂ ਤਾਂ ਕਹਿ ਦਿੱਤਾ ਸਾਸ ਸਾਸ। ਸਾਸ ਸਾਸ ਇੱਕ ਅਵਸਥਾ ਹੈ। ਸਰੀਰ ਮਿਟਣ ਤੋਂ ਬਾਅਦ ਵੀ ਰੂਹ ਜਿਹੜੀ ਹੈ ਜਪਦੀ ਹੈ। ਧਿਆਨ ਦੇਣਾ, ਇਹ ਬਾਣੀ ਵਿੱਚ ਲਿਖਿਆ। ਅੱਖੀਆਂ ਸੜ ਜਾਣ ਤੋਂ ਬਾਅਦ, ਕੰਨ ਮਿਟ ਜਾਣ ਤੋਂ ਬਾਅਦ, ਸਰੀਰ ਦੇ ਆਲ ਬੋਡੀ ਪਾਰਟਸ ਖਤਮ ਹੋਣ ਤੋਂ ਬਾਅਦ ਵੀ ਮਹਾਰਾਜ ਜੀ ਕਹਿੰਦੇ ਰੂਹ ਜਿਹੜੀ ਹੈ ਇਹ ਸੁਣਦੀ ਵੀ ਹੈ, ਦੇਖਦੀ ਵੀ ਹੈ। ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ। ਜਦੋਂ ਸਾਡਾ ਸਰੀਰ ਦਫਨ ਕਰ ਦਿੱਤਾ ਜਾਂਦਾ ਹੈ ਕਿਸੇ ਦਾ ਕਬਰ ਦੇ ਵਿੱਚ, ਜਾਂ ਸਾਡੇ ਲੋਕ ਜਲਾਉਂਦੇ ਨੇ, ਜਾਲਦੇ ਨੇ, ਸਾੜਦੇ ਨੇ, ਉਹਦੇ ਤੋਂ ਬਾਅਦ ਕਹਿੰਦੇ ਨੇ ਇਸ ਦੀ ਯਾਤਰਾ ਆਰੰਭ ਹੁੰਦੀ ਹੈ। ਉਹ ਕਿਹੜੀ ਚੀਜ਼ ਹੈ? ਸਰੀਰ ਤੇ ਹੁੰਦਾ ਨਹੀਂ, ਬਾਹਾਂ ਲੱਤਾਂ ਮੂੰਹ ਅੱਖ ਨੱਕ ਕੁਝ ਨਹੀਂ ਹੁੰਦਾ। ਉਹ ਚੀਜ਼ ਹੈ, ਉਸ ਨੂੰ ਕਹਿੰਦੇ ਨੇ ਆਤਮਾ, ਜੋ ਪਰਮਾਤਮਾ ਦੀ ਅੰਸ਼ ਸੀ। ਗਰਭ ਦੇ ਵਿੱਚ ਲੋਥੜਾ ਬਣਨ ਤੋਂ ਪਹਿਲਾਂ ਜਿਹੜੀ ਆਤਮਾ ਸੀ ਪ੍ਰਵੇਸ਼ ਹੋਈ, ਤੇ ਇਸ ਦੇ 10 20 50 100 ਸਾਲ ਤੱਕ ਇਹਦੇ ਵਿੱਚ ਰਹੀ। ਫਿਰ ਸਰੀਰ ਮਿਟਣ ਤੋਂ ਬਾਅਦ, ਦੇਖੋ ਸਰੀਰ ਜਦੋਂ ਮਾਂ ਦੇ ਗਰਭ ਵਿੱਚ ਬਣਿਆ ਸੀ ਉਦੋਂ ਵੀ ਉਹ ਇੱਕ ਪਾਸੇ ਸੀ। ਪਰਮਾਤਮਾ ਨੇ ਕੁਝ ਮਹੀਨੇ ਬਾਅਦ ਬੱਚੇ ਦੇ ਦਿਲ ਦੀ ਧੜਕਨ ਜਿਹੜੀ ਹੈ ਉਹ ਸੁਣਾਈ ਦੇਣ ਲੱਗ ਪੈਂਦੀ ਹੈ। ਆਤਮਾ ਦਾ ਪ੍ਰਵੇਸ਼ ਹੋ ਗਿਆ, ਸਰੀਰ ਉਹਦਾ ਬਣ ਰਿਹਾ। ਇੱਕ ਛੋਟੇ ਜਿਹੇ ਬੱਚੇ ਦਾ 1 2 3 ਮਹੀਨੇ ਦੇ ਵਿੱਚ, 2 3 ਮਹੀਨੇ ਤੋਂ ਬਾਅਦ ਉਹ ਧੜਕਣ ਦਾ ਮਹਿਸੂਸ ਹੋਣਾ ਮਾਂ ਨੂੰ ਸ਼ੁਰੂ ਹੋ ਜਾਂਦਾ। ਉਹ ਆਤਮਾ ਜਿਹੜੀ ਹੈ ਉਹ ਬਿਲਕੁਲ ਰੈਡੀ ਹੈ, ਤਿਆਰ ਹੈ, ਉਹ ਪ੍ਰਵੇਸ਼ ਕਰਦੀ ਹੈ। ਇਸੇ ਤਰ੍ਹਾਂ ਜਦੋਂ ਸਰੀਰ ਮਿਟ ਜਾਂਦਾ ਤਾਂ ਵੀ ਉਹ ਹੈ। ਉਹ ਮਨੁੱਖ ਜਿਹੜਾ ਇਸ ਸੰਸਾਰ ਤੋਂ ਚਲਾ ਜਾਂਦਾ ਹੈ ਉਹ ਆਤਮਕ ਤੌਰ 'ਤੇ ਹੈ। ਚਲੋ ਹੋਰ ਇੱਕ ਵੱਡੀ ਉਦਾਹਰਨ ਲੈ ਲੈਂਦੇ ਹਾਂ। ਗੁਰੂ ਨਾਨਕ ਦੇਵ ਜੀ 1469 ਤੋਂ ਲੈ ਕੇ 1539 ਤੱਕ ਰਹੇ, ਤੇ ਅੱਜ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਨਕ ਮਹਾਰਾਜ ਜੀ ਸਾਡੇ ਵਿੱਚ ਨਹੀਂ। ਅਸੀਂ ਕਹਿ ਸਕਦੇ ਹਾਂ, ਸਾਡੀ ਜ਼ੁਬਾਨ ਨਹੀਂ ਕਹਿ ਸਕਦੀ। ਗੁਰੂ ਨਾਨਕ ਮਹਾਰਾਜ ਜੀ ਪਹਿਲਾਂ ਵੀ ਸੀ, ਹੁਣ ਵੀ ਹੈ, ਔਰ ਸਦਾ ਹੀ ਰਹਿਣਗੇ। ਇਹਦਾ ਮਤਲਬ ਉਹਨਾਂ ਦੀ ਜਿਹੜੀ ਆਤਮਾ ਨਾ ਉਹ ਬ੍ਰਹਿਮੰਡ ਦਾ ਰੂਪ ਬਣ ਗਈ। ਜੈ ਜੈ ਦੇਖਾਂ ਤੈ ਤੈ ਤੂੰ ਹੈ, ਉਹ ਚੀਜ਼ ਬਣ ਜਾਂਦੀ ਹੈ। ਜਿਹੜੀ ਆਤਮਾ ਉਹਦਾ ਫੈਲਾਅ ਬਹੁਤ ਵੱਡਾ। ਸਰੀਰ ਕਰਕੇ ਮੈਂ ਤੁਸੀਂ ਇਸ ਗੁਰਦੁਆਰੇ ਦੇ ਅੰਦਰ, ਪਰ ਜਦ ਆਤਮਾ ਦੀ ਗੱਲ ਹੋਣੀ ਹੈ, ਆਤਮਾ ਦੀ ਗੱਲ ਜਦੋਂ ਚੱਲਦੀ ਹੈ, ਫਿਰ ਬਾਬਾ ਨਾਨਕ ਮੱਕੇ ਬੈਠਾ ਤੇ ਭੈਣ ਰੋਟੀ ਪਿੰਡ ਪਕਾ ਰਹੀ ਹੈ। ਜਦੋਂ ਆਤਮਾ ਦੀ ਗੱਲ ਆਉਂਦੀ, ਆਤਮਾ ਦਾ ਪਸਾਰਾ ਤੇ ਫੈਲਾਅ ਬਹੁਤ ਵੱਡਾ ਹੈ। ਸਰੀਰ ਜਿਹੜੇ ਨੇ ਉਹ ਨਿਸ਼ਚਿਤ ਹੈ, ਅਸੀਂ ਇੱਥੇ ਹਾਂ, ਥੋੜ੍ਹੇ ਚਿਰ ਬਾਅਦ ਘਰ ਹੋਣਾ। ਇਸ ਕਰਕੇ ਗੁਰੂ ਮਹਾਰਾਜ ਜੀ ਬਹੁਤ ਪਿਆਰਾ ਪ੍ਰਮਾਣ ਦੀ ਕਿਸ ਨੂੰ ਸਮਝਾ ਰਹੇ ਨੇ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਤੇਰੇ ਅੰਦਰੋਂ ਚਿੰਤਾ ਹਰ ਪ੍ਰਕਾਰ ਦੀ, ਇੱਕ ਪ੍ਰਕਾਰ ਦੀ ਨਹੀਂ, ਹਰ ਪ੍ਰਕਾਰ ਦੀ ਮਿਟ ਜਾਏਗੀ। ਆਸ ਅਨਿਤ ਤਿਆਗੋ ਤਰੰਗ। ਆਸ ਹੁੰਦਾ ਪਿਆਸਾਂ,
ਅਨਿਤ ਦਾ ਮਤਲਬ ਵੀ ਜਿਹੜੀਆਂ ਨਿਤ ਨਾ ਰਹਿਣ ਵਾਲੀਆਂ ਚੀਜ਼ਾਂ। ਇੱਕ ਹੁੰਦਾ ਨਿਤ ਨੰਨੇ ਨੂੰ ਸਿਆਰੀ, ਨਿਤ ਮਤਲਬ ਜਿਹੜੀਆਂ ਸਦਾ ਹੀ। ਇਹਦੇ ਅੱਗੇ ਲੱਗਾ ਐੜਾ, ਆੜਾ ਕਹਿ ਦੀ ਜਾਂ ਐੜਾ ਕਹਿ ਦੀ। ਕੁਝ ਆੜਾ ਕਹਿੰਦੇ ਨੇ, ਕੁਝ ਐੜਾ ਕਹਿੰਦੇ ਨੇ। ਆਸ ਅਨਿਤ ਤਿਆਗਹੁ ਤਰੰਗ। ਮਹਾਰਾਜ ਜੀ ਕਹਿੰਦੇ ਨਿਤ ਨਾ ਰਹਿਣ ਵਾਲੀਆਂ ਚੀਜ਼ਾਂ ਨੂੰ ਤਿਆਗ। ਧਿਆਨ ਦੇਣਾ, ਜਿਹੜੀ ਚੀਜ਼ ਰਹਿਣ ਵਾਲੀ ਹੈ ਇਨਸਾਨ ਉਸ ਨੂੰ ਤਿਆਗਦਾ, ਜਿਹੜੀ ਨਹੀਂ ਰਹਿਣ ਵਾਲੀ ਉਹਨੂੰ ਅਡੋਪਟ ਕਰਦਾ, ਉਹਨੂੰ ਅਪਣਾ ਲੈਂਦਾ। ਪਰ ਪਾਤਸ਼ਾਹ ਜੀ ਕਹਿੰਦੇ ਨੇ ਆਸ ਅਨਿਤ, ਪਦਾਰਥਾਂ ਦੀਆਂ ਆਸਾਂ। ਆਸ ਕਿਉਂਕਿ ਪਦਾਰਥਾਂ ਦੀਆਂ ਆਸਾਂ ਜਿਹੜੀਆਂ ਨੇ ਇਹ ਤ੍ਰਿਸ਼ਨਾ ਰੂਪ ਹੋ ਜਾਂਦੀਆਂ ਨੇ, ਤੇ ਤ੍ਰਿਸ਼ਨਾ ਜਿਹੜੀ ਹੈ ਇਹ ਮਨੁੱਖ ਨੂੰ ਹਮੇਸ਼ਾ ਤੰਗ ਕਰਦੀ ਹੈ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਆਸ ਅਨਿਤ ਤਿਆਗੋ ਤਰੰਗ। ਇਹ ਜਿਹੜੀਆਂ ਦੁਨੀਆ ਦੇ ਪਦਾਰਥਾਂ ਦੀਆਂ ਆਸਾਂ ਲਹਿਰਾਂ ਨੂੰ ਛੱਡ ਦੇ, ਸੰਤ ਜਨਾਂ ਕੀ ਧੂਰ ਮਨ ਮੰਗ। ਤੂੰ ਰੱਬ ਦੇ ਪਿਆਰਿਆਂ ਦੀ ਸੰਗਤ ਦੀ ਧੂੜ ਮੰਗ, ਜਾਂ ਸੰਗਤ ਦੀ ਚਾਹਤ ਰੱਖ। ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦੀ ਚਾਹਤ ਰੱਖ। ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੇ ਵਿਚਾਰਾਂ ਨੂੰ, ਜਿਹੜੇ ਸੱਚੇ ਰੂਪ ਹੁੰਦੇ ਹਨ, ਤੂੰ ਆਪਣੇ ਮਨ ਦੇ ਉੱਪਰ ਧੂੜ, ਸੰਤ ਜਨਾਂ ਕੀ ਧੂੜ ਮਨ ਮੰਗ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਆਪ ਦਾ ਮਤਲਬ ਹਉਮੈ, ਆਪਾ ਭਾਵ ਆਪ ਗਵਾਏ ਤਾਂ ਕਿਛ ਪਾਏ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਜਦੋਂ ਤੂੰ ਆਪਣਾ ਆਪ ਤਿਆਗ ਕੇ ਆਪਣੇ ਗੁਰੂ ਦੇ ਅੱਗੇ ਅਰਦਾਸ ਕਰੇਗਾ ਤੇ ਪਾਤਸ਼ਾਹ ਜੀ ਕਹਿੰਦੇ ਇਸ ਸੰਸਾਰ ਸਾਗਰ ਤੋਂ ਸਾਧ ਸੰਗਤ ਰਾਹੀਂ ਪਾਰ ਹੋ ਜਾਏਗਾ। ਸਾਧ ਸੰਗ ਅਗਨ ਸਾਗਰ ਤਰੋ, ਹਰ ਧਨ ਕੀ ਭਰ ਲਿਹੋ ਭੰਡਾਰ। ਨਾਨਕ ਗੁਰ ਪੂਰੈ ਨਮਸਕਾਰ। ਆਖਰੀ ਪੰਕਤੀ ਹੈ। ਦੇਖੋ ਸਾਡੇ ਅੰਦਰ ਧਨ ਦੀ ਲਾਲਸਾ, ਆਸਾ ਬਹੁਤ ਜ਼ਿਆਦੀ ਹੈ। ਦੁਨੀਆ ਦੇ ਹਰ ਬੰਦੇ ਦੇ ਅੰਦਰ ਧਨ ਨੂੰ ਪ੍ਰਾਪਤ ਕਰਨ ਦੀ ਲਾਲਸਾ ਹੈ। ਗੁਰੂ ਮਹਾਰਾਜ ਜੀ ਕਹਿੰਦੇ ਨੇ ਹਰ ਧਨ ਕੇ ਭਰ ਲਿਓ ਭੰਡਾਰ। ਕਿਸੇ ਨੂੰ ਜਿੰਨਾ ਮਰਜ਼ੀ ਵੱਧ ਤੋਂ ਵੱਧ ਧਨ ਦੇ ਦਿੱਤਾ ਜਾਏ ਉਹ ਲੈ ਲਏਗਾ। ਕਿਸੇ ਨੂੰ ਧਨ ਮਿਲਦਾ ਹੋਵੇ, ਦੁਨੀਆ ਦੇ ਵਿੱਚ ਕੋਈ ਕਰੋੜਾਂ ਚੋਂ ਇੱਕ ਹੋਏਗਾ ਸਬਰ ਸੰਤੋਖੀ ਜੋ ਨਾ ਕਰਦਾ, ਨਹੀਂ ਤੇ ਸਭ ਜਿੰਨਾ ਵੀ ਧਨ ਮਿਲੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ। ਹੋਰ 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 ਧਨ ਨੂੰ ਕੋਈ ਵੀ ਨਾ ਨਹੀਂ ਕਰਦਾ। ਧਨ ਦਾ ਕਿਧਰੇ ਢੇਰ ਲੱਗਾ ਹੋਵੇ, ਜੇ ਕੋਈ ਕਹੇ ਵੀ ਉੱਥੋਂ ਚੁੱਕ ਕੇ ਲੈ ਆਓ ਤੇ ਸਕਿੰਟ ਨਹੀਂ ਲੱਗਣਗੇ। ਅਨਾਉਂਸਮੈਂਟ ਕਰਨ ਦੀ ਜ਼ਰੂਰਤ ਨਹੀਂ ਹੋਏਗੀ, ਲੋਕ ਧਨ ਨੂੰ ਉਠਾ ਕੇ ਲੈ ਜਾਣਗੇ। ਬਾਣੀ ਨੂੰ ਵੀ ਧਨ ਕਿਹਾ, ਗੁਰਬਾਣੀ ਦੇ ਵਿਚਾਰਾਂ ਨੂੰ ਵੀ ਧਨ ਕਿਹਾ। ਇਸ ਧਨ ਨੂੰ ਮਹਾਰਾਜ ਜੀ ਕਹਿੰਦੇ ਨੇ ਵੀ ਇਸ ਧਨ ਨੂੰ ਪ੍ਰਾਪਤ ਕਰਨ ਦੇ ਲਈ, ਇਸ ਧਨ ਨੂੰ ਪ੍ਰਾਪਤ ਕਰਨ ਦੇ ਲਈ ਪਤਾ ਕੌਣ ਉੱਠਦਾ? ਹੰਸ ਰੂਪੀ ਗੁਰਮੁਖ ਪਿਆਰੇ ਆ ਕੇ ਉਸ ਧਨ ਨੂੰ ਇਕੱਠੇ ਕਰਕੇ ਝੋਲੀਆਂ ਭਰ ਕੇ ਲੈ ਜਾਂਦੇ ਨੇ। ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਰੂਪੀ ਝੋਲੀ ਹੈ। ਜਿੱਡੀ ਕਿਸੇ ਦੀ ਸ਼ਰਧਾ ਰੂਪੀ ਭਰੋਸੇ ਰੂਪੀ ਝੋਲੀ ਹੈ, ਉਹ ਓਨਾ ਹੀ ਗੁਰੂ ਤੋਂ ਧਨ ਪਦਾਰਥ ਦਾ ਮਤਲਬ ਗੁਰੂ ਦੀ ਬਖਸ਼ਿਸ਼ ਨਾ ਮੁੱਕਣ ਵਾਲਾ, ਜਿਸ ਨੂੰ ਪਹਿਲਾਂ ਵੀ ਪੜਿਆ ਸੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਉਹ ਓਨੀ ਹੀ ਬਖਸ਼ਿਸ਼ ਲੈ ਕੇ ਜਾਏਗਾ ਜਿਵੇਂ ਦਾ ਕੋਈ ਭਾਂਡਾ ਲਿਆਏਗਾ। ਜੇ ਕੋਈ ਪਾਈਆ ਦਾ ਭਾਂਡਾ ਲਿਆਏਗਾ ਉਸ ਵਿੱਚ ਪਾਈਆ ਆਉਣੀ ਹੈ, ਜੇ ਕੋਈ ਵੱਡਾ ਦੇਗਾ ਲਿਆਏਗਾ ਤੇ ਉਹਦੇ ਵਿੱਚ ਬਹੁਤ ਆਉਣਾ ਹੈ। ਸੋ ਆਪਣੇ ਇਸ ਮਨ ਰੂਪੀ ਭਾਂਡੇ ਨੂੰ ਮਹਾਰਾਜ ਜੀ ਕਹਿੰਦੇ ਸ਼ਰਧਾ ਪ੍ਰੇਮ ਦੇ ਨਾਲ ਇੰਨਾ ਵੱਡਾ ਕਰ ਲੈਣਾ ਚਾਹੀਦਾ ਹੈ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਜੇ ਸਾਡੇ ਕੋਲ ਸ਼ਰਧਾ ਰੂਪੀ ਭਰੋਸਾ ਰੂਪੀ ਮਨ ਨਹੀਂ ਹੈ ਤੇ ਸਾਨੂੰ ਗੁਰੂ ਦੀ ਬਖਸ਼ਿਸ਼ ਰੂਪੀ ਗੁਰੂ ਦਾ ਉਹ ਧਨ ਨਹੀਂ ਮਿਲ ਸਕਦਾ।
सो गुरु महाराज जी आखिरी पंक्ति फरमान कर रहे ने, हर धन के भर लेहो भंडार, नानक गुरपुरै नमस्कार। सो जो गुरु दे नाम रूपी धन नूं लैके जाएगा, ये धन मैं पहला बेनती की शरीर दे मिटण तो बाद भी नाल जांदा है। नाम रूपी धन जिहड़ा है ना साडे शरीर मिटण तो बाद नाल जांदा है। मैं ਜਿਹੜੇ पैसे इकट्ठे करदा ना, ये मेरे जाण तो बाद मेरे साइन करा के ना वंडण वालियां ने वंड लैणे ने, झगड़े भी कर लैणे ने, मेरा 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 सारियां ने वंड लैणे ने, मेरी कीती सारी पूंजी सारियां ने डिवाइड कर लैणी है। पर जो मैं जिंदगी दे विच गुरु नानक दे उस वणज नूं, गुरु नानक महाराज का शब्द है, वणज करो वणजारियो वखर लिहो संभाल, तैसी वस्त वसाई है जैसी निवह नाल। जिहड़ी मेरे को बंदगी है, मेरा पुत मेरे को खो नहीं सकता, धक्के ना मेरे को साइन भी नहीं करा सकता। जिहड़ा मेरा जीवन है, ना मेरी वाइफ, ना मेरा भरा, ना मेरी भैन, ये नहीं कोई खो सकता। ना वो मरे न ठागे जाहे, जिनके राम वसे मन माहे, गुर का बचन बसे जी नाले, जल नहीं डूबे तस्कर नहीं लेवै, भाहे न साके जाले। इस शब्द रूपी धन जिहड़ा है ना, इस नूं कोई भी लुट नहीं सकदा। आय हाय कितनी प्यारी भगती आ रही। आगे को किश तुल्हा बांधो, क्या प्रवासा धन का। आगे को किश तुल्हा बांधो, क्या प्रवासा धन का। महाराज जी कहते समय नूं संभाल लै, की भरोसा जिहड़े तेरे कोल पदार्थ ने। हो सकदा पदार्थ तेरे कम ना, हो सकदा है माया तेरे कम ना आवे। शरीर कई वार इस कदर खराब हो जाता है, अपनी इन्नी पूंजी जिहड़ी इकट्ठी होंदी है, डॉक्टर नूं बंदा दे के भी शरीर नूं बचा नहीं सकदा। ध्यान देना, हुण कोई सवाल कर सकदा है भी जे तुसीं कहंदे हो भी पैसे दे के शरीर नूं कोई बचा नहीं सकदा, तो फिर उन्होंने नाम दे के डॉक्टर नूं वो बचाया जा सकदा, जाना तो उन्हें भी है। सवाल उत्तर भी वधिया देणगे महाराज। जे किसी नूं मर रहे बंदे नूं धन द्वारा नहीं बचाया जा सकता, मसाणा दे विचों शमशान घाट दे विचों वापस नहीं लियाया जा सकता, तो उत्थे कीर्तन सोहले दा पाठ करके किहड़ा वापस लिया जांदा? ले आउंदे ने कोई, पर फर्क बड़ा है, फर्क बड़ा है। जमी आसमान का फर्क है। उत्थे रब दे कोल जाण दा जमी आसमान का फर्क है। जिवें पहलां बेनती कीती सी, कई डरते जाते ने कि चाह दे नाल जाते हैं। कबीर मोह मरने का चाव है, मरो तो हर के द्वार, और मेरे मन आनंद, मरने ही ते पाइए पूर्ण परमानंद। जो गुरमुख प्यारे होंदे ने जाते तो भी उस तरीके दे नाल, पर वो जिते हुए होंदे ने, जित के जाते ने। गुरमुख लाहा लै गए मनमुख चले, मोल गवाए दियो। शरीर जिहड़े ने शरीर दी उम्र हो जानी है, कोई प्राप्ति नहीं है। कोई कह भी लै भी ये तो कर्मा वाला 100 टप्पिया। ध्यान देना आखिरी पंक्ति, कई कह देंगे ने भी ये 100 नूं पार कर गया, इत्थे भागां वाला भी ये इत्थे ते करोड़ां साल दी उम्र वाले भी बैठे ने। गल उम्रां दी नहीं है, गल प्राप्ति दी है। जे जुग चारे आरजा, महाराज जी कहते उम्रां की गल नहीं, जे जुग चारे आरजा, होर सुनी होए चार जुग चारदा चल ही। नवा खंडा भी जानिए नाल चले सब कोए, चंगा नाम रखाए कै जस कीरत जगले, जे तिस नदर ना आवई तां वात न पुछे। उम्रां की गल थोड़ा, मरना तो है ही है। ये नहीं भी हाए मैं हुण छेती मर जाना, कोई गल नहीं। होर जी लांगे थोड़ा चिर। गलती है भी जीवन का एक आनंद आवे, बोझ ना मनते रहे, सुरखरू होवे बंदा, सुरखरू होवे। जिहड़ा सुरखरू नहीं होया अपने जीवन दे विच, ते ओदा इत्थे रहना भी बोझ, ओदा जीवन जीना भी बोझ, ते बोझ लैके ही जाएगा। सारा भार हौला कर देना चाहिए, सुरखरू हो जाना चाहिए। ये गुरमत दियां विचारां राही सुरखरू होया जा सकता है। ये किद्दां होया जा सकता? आखिरी पंक्ति सी, हर धन के भर लेहो भंडार, नानक गुरपुरै नमस्कार।
ਐਸਾ ਸਤਿਗੁਰੂ ਜਿਹੜਾ ਇਦਾਂ ਦਾ ਭੰਡਾਰਾ ਦਿੰਦਾ, ਤੈਨੂੰ ਨਮਸਕਾਰ ਹੈ ਮਹਾਰਾਜ ਜੀ, ਐਡਾ ਵੱਡਾ ਖਜ਼ਾਨਾ ਦਿੰਦਾ। ਸੋ ਇਹ ਸੀ ਬੜੀ ਪਿਆਰੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਸੋ ਸਤਿਗੁਰੂ ਜੀ ਦਇਆ ਕਰਨ, ਮਿਹਰ ਕਰਨ ਮਹਾਰਾਜ ਜੀ, ਇਹ ਭਾਵ ਅਰਥ ਸਾਡੀ ਆਤਮਾ ਦਾ ਸ਼ਿੰਗਾਰ ਬਣ ਜਾਏ, ਇਹ ਗਿਆਨ ਸਦੀਵੀ ਹੋ ਜਾਏ। ਇਹ ਅਰਦਾਸ ਕਰਦੇ ਹਾਂ, ਇਹ ਜਦ ਤੱਕ ਸਾਡੀ ਆਤਮਾ ਨੇ ਯਾਤਰਾ ਕਰਨੀ ਹੈ, ਇਹ ਗਿਆਨ ਸਾਨੂੰ ਮਾਰਗਦਰਸ਼ਨ ਕਰੇ। ਜਦੋਂ ਸਰੀਰ ਦੀ ਜੋਤ ਨੇ ਬੁਝਣਾ ਹੈ, ਇਹ ਸਾਨੂੰ ਰਸਤਾ ਦਿਖਾਵੇ। ਇਹ ਵੀ ਸਾਡੀ ਅਰਦਾਸ ਹੈ ਮਹਾਰਾਜ ਜੀ, ਇੰਨਾ ਵੱਡਾ ਗਿਆਨ ਜੇ ਬਖਸ਼ ਦਿਓ ਤੇ ਇਹਨੂੰ ਸਾਡੀ ਆਤਮਾ ਦਾ ਅੰਗ ਬਣਾ ਦੇਣਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।